ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਰਜਿੰਦਰਪਾਲ ਸਿੰਘ ਗੁਰ ਅਰਜ਼ ਕਰ ਰਿਹਾ ਸਵਰ ਸੰਗੀਤ ਚੈਨਲ ਤੋਂ। ਅੱਜ ਸਾਡੇ ਨਾਲ ਆਏ ਨੇ ਸਰਦਾਰ ਅਸੀਸ ਸਿੰਘ, ਇੱਕ ਮਿਊਜ਼ਿਕ ਟੀਚਰ ਨੇ ਤੇ BRA ਮਿਊਜ਼ਿਕ ਕਾਲਜ ਦੇ ਸਟੂਡੈਂਟ ਨੇ। ਅੱਜ ਆਪ ਜੀ ਨੂੰ ਉਸਤਾਦ ਬਹਾਦਰ ਸਿੰਘ ਜੀ, ਜੋ ਪੰਜਾਬ ਘਰਾਣੇ ਦੇ ਬਹੁਤ ਹੀ ਵਧੀਆ ਉਸਤਾਦ ਸਨ, ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਦੇਣਗੇ। ਆਓ ਸੁਣਦੇ ਹਾਂ। ਉਸਤਾਦ ਬਹਾਦਰ ਸਿੰਘ ਪੰਜਾਬ ਦੀ ਸੰਗੀਤ ਪਰੰਪਰਾ ਵਿੱਚ ਸਿਰਮੌਰ ਤਬਲਾ ਵਾਦਕ ਮੰਨੇ ਜਾਂਦੇ ਹਨ। ਆਪ ਨੇ ਪੰਜਾਬ ਘਰਾਣੇ ਦੇ ਅਨੂਠੇ ਬਾਜ਼ ਨੂੰ ਮੌਲਿਕ ਅੰਦਾਜ਼ ਨਾਲ ਅਲੰਕ੍ਰਿਤ ਕਰਕੇ ਇੱਕ ਬੇਮਿਸਾਲ ਤਬਲਾ ਵਾਦਕ ਵਜੋਂ ਨਾਮ ਖੱਟਿਆ। ਇਸ ਤਬਲਾ ਵਾਦਕ ਨੇ ਤਾਲ ਸਰੂਪ ਹੋ ਸਮੁੱਚਾ ਜੀਵਨ ਤਬਲਾ ਵਾਦਨ ਨੂੰ ਸਮਰਪਿਤ ਕਰ ਦਿੱਤਾ। ਸਮੁੱਚੇ ਭਾਰਤੀ ਸੰਗੀਤ ਵਿੱਚ ਉਸਤਾਦ ਬਹਾਦਰ ਸਿੰਘ ਦਾ ਨਾਮ ਅਦਬ ਨਾਲ ਲਿਆ ਜਾਂਦਾ ਸੀ। ਉੱਚ ਕੋਟੀ ਦੇ ਸੰਗੀਤਕਾਰ ਜਦੋਂ ਕਦੇ ਪੰਜਾਬ ਆਉਂਦੇ ਤਾਂ ਉਸਤਾਦ ਬਹਾਦਰ ਸਿੰਘ ਦੇ ਵਾਦਨ ਨਾਲ ਆਪਣੀ ਕਲਾ ਪ੍ਰਦਰਸ਼ਨ ਕਰਨ ਵਿੱਚ ਫਖਰ ਅਨੁਭਵ ਕਰਦੇ ਸਨ। ਪੰਜਾਬੀ ਆਪਣੇ ਮਿਹਨਤੀ ਸੁਭਾਅ ਸਦਕਾ ਅਸੰਭਵ ਨੂੰ ਸੰਭਵ ਕਰਨ ਵਿੱਚ ਭਰਪੂਰ ਵਿਸ਼ਵਾਸ ਰੱਖਦੇ ਹਨ। ਸੰਗੀਤ ਸਾਧਨਾ ਕੁਝ ਅਜਿਹੇ ਸੁਭਾਅ ਦੇ ਵਾਤਾਵਰਣ ਵਿੱਚ ਵਧੇਰੇ ਨਿਖਰਦੀ ਤੇ ਪਨਪਦੀ ਹੈ। ਸੰਗੀਤ ਵਿੱਚ ਵਧੇਰੇ ਕਰਕੇ ਵਿਰਸੇ ਚੋਂ ਪ੍ਰਾਪਤ ਸੰਗੀਤ ਦਾਤ ਨੂੰ ਸ੍ਰੇਸ਼ਟ ਮੰਨਿਆ ਜਾਂਦਾ ਹੈ। ਇਸ ਕਰਕੇ ਘਰਾਣਾ ਪਰੰਪਰਾ ਦਾ ਵਿਸ਼ੇਸ਼ ਯੋਗਦਾਨ ਮੰਨਿਆ ਜਾਂਦਾ ਹੈ। ਪਰੰਤੂ ਸੰਗੀਤ ਜਗਤ ਵਿੱਚ ਕੁਝ ਅਜਿਹੇ ਸਿੱਧ ਕਲਾਕਾਰ ਵੀ ਹੋਏ ਹਨ ਜਿਨ੍ਹਾਂ ਇਸ ਵਿਰਾਸਤਗਤ ਸੰਗੀਤ ਮਿਆਰਾਂ ਨੂੰ ਆਪਣੀ ਸਾਧਨਾ ਦੁਆਰਾ ਅਲਪ ਆਕਾਰੀ ਬਣਾ ਦਿੱਤਾ ਅਤੇ ਸੰਗੀਤ ਕਲਾ ਨੂੰ ਸਾਧਨਾ ਤੇ ਰਿਆਜ਼ ਦੇ ਮਾਪਦੰਡਾਂ ਨਾਲ ਪਰਖਣ ਲਈ ਮਜਬੂਰ ਕਰ ਦਿੱਤਾ। ਉਸਤਾਦ ਬਹਾਦਰ ਸਿੰਘ ਦਾ ਘਾਲਣਾ ਭਰਿਆ ਸਮੁੱਚਾ ਜੀਵਨ ਅਜਿਹੇ ਸਿੱਧ ਸੰਗੀਤ ਸਾਧਕ ਦੀ ਤਰਜਮਾਨੀ ਕਰਦਾ ਹੈ। ਉਸਤਾਦ ਬਹਾਦਰ ਸਿੰਘ ਨੇ ਲਾਇਲਪੁਰ ਜ਼ਿਲ੍ਹੇ ਦੇ ਚੱਕ ਨੰਬਰ 109 ਦੇ ਇੱਕ ਸਾਧਾਰਣ ਪਰਿਵਾਰ ਵਿੱਚ 1902 ਈਸਵੀ ਨੂੰ ਸਰਦਾਰ ਗੰਡਾ ਸਿੰਘ ਦੇ ਘਰ ਜਨਮ ਲਿਆ। ਬਾਲ ਉਮਰੇ ਯਤੀਮ ਹੋ ਜਾਣ ਕਾਰਨ ਬਹਾਦਰ ਸਿੰਘ ਦਾ ਜੀਵਨ ਪ੍ਰਤੀ ਰਵੱਈਆ ਅਸਾਧਾਰਨ ਹੋ ਗਿਆ। ਜੀਵਨ ਦੇ ਅਥਾਹ ਸਮੁੰਦਰ ਦੀਆਂ ਅਸਗਾਹ ਚੁਣੌਤੀਆਂ ਨੇ ਬਾਲ ਬਹਾਦਰ ਸਿੰਘ ਦੀ ਸੋਚ ਨੂੰ ਗੰਭੀਰ ਬਣਾ ਦਿੱਤਾ। ਇਸੇ ਦੌਰਾਨ ਬਾਬਾ ਮਹਿਤਾਬ ਸਿੰਘ ਨਾਲ ਉਹਨਾਂ ਦੀ ਮੁਲਾਕਾਤ ਹੋਈ। ਬਾਬਾ ਮਹਿਤਾਬ ਸਿੰਘ ਯਤੀਮਖਾਨੇ ਦੀ ਸੇਵਾ ਵਿੱਚ ਤਬਲਾ ਅਧਿਆਪਕ ਸਨ। ਬਹਾਦਰ ਸਿੰਘ ਦੇ ਬਾਲ ਉਮਰੇ ਹੀ ਗੰਭੀਰ ਚਿਹਰੇ ਅਤੇ ਚੁੱਪ ਨੇ ਬਾਬਾ ਜੀ ਨੂੰ ਸਹਿਜੇ ਹੀ ਆਪਣੇ ਵੱਲ ਆਕਰਸ਼ਿਤ ਕਰ ਲਿਆ। ਯਤੀਮਖਾਨੇ ਵਿੱਚ ਸੰਗੀਤ ਸਿਖਾਉਣ ਦੀ ਸੁਵਿਧਾ ਵੀ ਮੌਜੂਦ ਸੀ। ਬਾਬਾ ਜੀ ਨੇ ਬਾਲ ਬਹਾਦਰ ਸਿੰਘ ਨੂੰ ਸੰਗੀਤ ਸਿੱਖਣ ਲਈ ਪ੍ਰੇਰਿਆ ਤਾਂ ਜੋ ਇਹ ਬਾਲ ਭਵਿੱਖ ਵਿੱਚ ਆਪਣੇ ਪੈਰਾਂ 'ਤੇ ਖੜਾ ਹੋ ਸਕੇ। ਬਾਬਾ ਮਹਿਤਾਬ ਸਿੰਘ ਦੇ ਆਸ਼ੀਰਵਾਦ ਨਾਲ ਬਹਾਦਰ ਸਿੰਘ ਨੂੰ ਸੰਗੀਤ ਦੀ ਚੇਟਕ ਲੱਗ ਗਈ। ਬਹਾਦਰ ਸਿੰਘ ਦਾ ਗੰਭੀਰ ਸੁਭਾਅ ਅਤੇ ਤਿਖੇਰੀ ਸੋਚ ਤਬਲਾ ਸਿੱਖਣ ਵਿੱਚ ਬਹੁਤ ਸਹਾਈ ਹੋਈ। ਯਤੀਮਖਾਨੇ ਵਿੱਚ ਉਹਨਾਂ ਨੇ ਕੀਰਤਨ ਕਰਨ ਦੀ ਸਿਖਲਾਈ ਪ੍ਰਾਪਤ ਕੀਤੀ, ਜਿਸ ਅਧੀਨ ਗਾਇਨ ਵੀ ਸਿੱਖਿਆ ਅਤੇ ਤਬਲਾ ਵਾਦਨ ਵੀ ਕਰਨ ਲੱਗੇ। ਬਾਬਾ ਮਹਿਤਾਬ ਸਿੰਘ ਆਪਣੇ ਵਿਦਿਆਰਥੀਆਂ ਨੂੰ ਗੁਰਬਾਣੀ ਦੇ ਆਧਾਰ 'ਤੇ ਨਿਰੋਈ ਜੀਵਨ ਜਾਚ ਦਾ ਸੰਦੇਸ਼ਾ ਦਿਆ ਕਰਦੇ ਸਨ, ਜਿਹੜਾ ਬਹਾਦਰ ਸਿੰਘ ਦੇ ਅਗੰਮੀ ਜੀਵਨ ਦਾ ਅਟੁੱਟ ਅੰਗ ਬਣ ਗਿਆ। ਬਾਬਾ ਮਹਿਤਾਬ ਸਿੰਘ ਤੋਂ ਯਤੀਮਖਾਨੇ ਵਿੱਚ ਮੁੱਢਲੀ ਸਿੱਖਿਆ ਸਮਾਪਤ ਕਰਨ ਉਪਰੰਤ ਸਰਦਾਰ ਬਹਾਦਰ ਸਿੰਘ ਨੂੰ ਯਤੀਮਖਾਨਾ ਛੱਡਣਾ ਪਿਆ। ਸੰਗੀਤ ਸਿੱਖਣ ਦੀ ਜਿਗਿਆਸਾ ਦੀ ਤ੍ਰਿਪਤੀ ਅਤੇ ਜੀਵਨ ਨਿਰਵਾਹ ਬਹਾਦਰ ਸਿੰਘ ਹੋਰਾਂ ਲਈ ਮਹੱਤਵਪੂਰਨ ਮਸਲੇ ਸਨ। ਆਪ ਸਮਝਦੇ ਸਨ ਕਿ ਜੀਵਨ ਨਿਰਵਾਹ ਲਈ ਸੰਚਿਤ ਸੰਗੀਤ ਕਲਾ ਕਾਫੀ ਨਹੀਂ। ਇਸ ਲਈ ਇਹਨਾਂ ਲੁਧਿਆਣੇ ਦੇ ਇੱਕ ਘੜੀ ਸਾਜ਼ ਸਰਦਾਰ ਗੁਰਬਖਸ਼ ਸਿੰਘ ਤੋਂ ਘੜੀ ਸਾਜ਼ ਦਾ ਹੁਨਰ ਸਿੱਖਣਾ ਸ਼ੁਰੂ ਕੀਤਾ। ਉਪਰੰਤ ਆਪ ਲਾਹੌਰ ਵਿੱਚ 10 ਵਰ੍ਹੇ ਤੱਕ ਘੜੀ ਨੂੰ ਲੈਅਬੱਧ ਕਰਦੇ ਰਹੇ, ਪਰੰਤੂ ਆਪ ਦੀ ਸਿਮਰਤੀ ਅਤੇ ਜ਼ਿਹਨ ਵਿੱਚ ਸੁਰ ਤੇ ਤਾਲ ਦੀ ਟਿਕ ਟਿਕ ਨਿਰੰਤਰ ਗੂੰਜਦੀ ਰਹੀ। ਆਪ ਨੇ ਫਿਰ ਤਬਲਾ ਸਿੱਖਣ ਲਈ ਮਨ ਬਣਾਇਆ। ਲਾਹੌਰ ਵਿੱਚ ਹੀ ਪੰਜਾਬ ਘਰਾਣੇ ਦੇ ਪ੍ਰਸਿੱਧ ਤਬਲਾ ਨਵਾਜ਼ ਮੀਆਂ ਫਕੀਰ ਬਖਸ਼ ਸਨ। ਮੀਆਂ ਫਕੀਰ ਬਖਸ਼ ਨੂੰ ਪੰਜਾਬ ਘਰਾਣੇ ਦਾ ਪਿਤਾਮਾ ਕਿਹਾ ਜਾਂਦਾ ਹੈ। ਸਰਦਾਰ ਬਹਾਦਰ ਸਿੰਘ ਦਾ ਮੇਲ ਉਸਤਾਦ ਫਕੀਰ ਬਖਸ਼ ਨਾਲ ਹੋਇਆ ਅਤੇ ਇਹਨਾਂ ਨੇ ਤਬਲਾ ਸਿੱਖਣ ਦਾ ਮਨ ਬਣਾ ਲਿਆ। ਇਹਨਾਂ ਕੁਝ ਸਮਾਂ ਉਸਤਾਦ ਮੀਰ ਬਖਸ਼ ਗਿੱਲ ਵਾਲੀਏ ਪਾਸੋਂ ਵੀ ਸਿੱਖਿਆ ਪ੍ਰਾਪਤ ਕੀਤੀ।
ਉਸਤਾਦ ਨੇ ਬਹਾਦਰ ਸਿੰਘ ਨੂੰ ਤਬਲਾ ਵਾਦਨ ਦੀ ਸਿੱਖਿਆ ਦੇਣੀ ਆਰੰਭ ਕੀਤੀ, ਜਿਸ ਨੂੰ ਇਸ ਹੋਣਹਾਰ ਅਤੇ ਪ੍ਰਤਿਭਾਸ਼ਾਲੀ ਸ਼ਾਗਿਰਦ ਨੇ ਮੌਲਿਕ ਅੰਦਾਜ਼ ਤੋਂ ਤੋੜ ਚੜ੍ਹਾਇਆ। ਉਸਤਾਦ ਦੀ ਅਪਾਰ ਬਖਸ਼ਿਸ਼, ਰਿਆਜ਼ ਅਤੇ ਲਗਨ ਸਦਕਾ ਬਹਾਦਰ ਸਿੰਘ ਦੀ ਕਲਾ ਦੀ ਮਹਿਕ ਦਿਨੋਂ ਦਿਨ ਬਿਖਰਨ ਲੱਗੀ। ਬਹਾਦਰ ਸਿੰਘ ਨੇ ਉਸਤਾਦ ਦੁਆਰਾ ਦਿੱਤੇ ਸਬਕ ਨੂੰ ਆਪਣੀ ਕਲਾ ਦੁਆਰਾ ਅਨੂਠਾ ਰੂਪ ਪ੍ਰਦਾਨ ਕਰਵਾਇਆ, ਜਿਸ ਨੇ ਸੰਗੀਤ ਦੇ ਖੇਤਰ ਵਿੱਚ ਧੂਮਾਂ ਮਚਾ ਦਿੱਤੀ। ਇਸ ਜ਼ਮਾਨੇ ਵਿੱਚ ਸੰਗੀਤ ਨੂੰ ਘਰਾਣੇਦਾਰ ਵਿਰਾਸਤ ਸਮਝਿਆ ਜਾਂਦਾ ਸੀ, ਪਰੰਤੂ ਸਰਦਾਰ ਬਹਾਦਰ ਸਿੰਘ ਨੇ ਇਹਨਾਂ ਮਾਪਦੰਡਾਂ ਨੂੰ ਪਰਿਵਰਤਿਤ ਕਰ ਦਿੱਤਾ। 1937 ਈਸਵੀ ਵਿੱਚ ਲਾਹੌਰ ਰੇਡੀਓ ਸਟੇਸ਼ਨ ਉੱਤੇ ਆਪ ਨੂੰ ਤਬਲਾ ਵਾਦਕ ਦੀ ਸੇਵਾ ਮਿਲ ਗਈ। ਇੱਥੇ ਸਰਦਾਰ ਬਹਾਦਰ ਸਿੰਘ ਦੀ ਕਲਾ ਦਿਨੋਂ ਦਿਨ ਹੋਰ ਨਿਖਰਨ ਲੱਗੀ, ਕਿਉਂਕਿ ਹੁਣ ਜੀਵਨ ਨਿਰਬਾਹ ਦੀ ਚਿੰਤਾ ਖਤਮ ਹੋ ਚੁੱਕੀ ਸੀ। ਮੰਨੇ ਪਰਮੰਨੇ ਉਸਤਾਦਾਂ ਨਾਲ ਸੰਗੀਤ ਕਰਨ ਦੇ ਅਵਸਰ ਮਿਲਣ ਲੱਗੇ। ਕਲਾ ਤ੍ਰਿਪਤੀ ਦੇ ਇਸ ਅਹਿਸਾਸ ਨੇ ਸਰਦਾਰ ਬਹਾਦਰ ਸਿੰਘ ਨੂੰ ਹੋਰ ਵਧੇਰੇ ਰਿਆਜ਼ ਕਰਨ ਲਈ ਪ੍ਰੇਰਿਆ। 1947 ਈਸਵੀ ਤੋਂ ਬਾਅਦ ਆਪ ਰੇਡੀਓ ਸਟੇਸ਼ਨ ਜਲੰਧਰ ਵਿਖੇ ਤਬਲਾ ਵਾਦਕ ਦੇ ਰੂਪ ਵਿੱਚ ਕੰਮ ਕਰਨ ਲੱਗੇ। ਉਸਤਾਦ ਬਹਾਦਰ ਸਿੰਘ ਨੇ ਪੰਜਾਬ ਦੇ ਇਸ ਸ਼ਹਿਰ ਵਿੱਚ ਬਸੇਰਾ ਕਰਦਿਆਂ ਆਪਣੇ ਤਬਲੇ ਦੀ ਧਾਕ ਸਾਰੇ ਭਾਰਤ ਵਰਸ਼ ਵਿੱਚ ਬਿਠਾ ਦਿੱਤੀ। ਉੱਚ ਕੋਟੀ ਦੇ ਉਸਤਾਦ ਲੋਕ ਆਪ ਨਾਲ ਸੰਗਤ ਕਰਕੇ ਬਹੁਤ ਖੁਸ਼ ਹੋਇਆ ਕਰਦੇ ਸਨ। ਉਸਤਾਦ ਗੁਲਾਮ ਅਲੀ ਖਾਂ ਆਪ ਦੇ ਚੰਗੇ ਮਿੱਤਰ ਸਨ। ਜਦੋਂ ਕਦੇ ਵੀ ਮਿਲਦੇ ਘੰਟਿਆਂ ਬੱਧੀ ਸੰਗੀਤ ਚਰਚਾ ਹੁੰਦੀ ਰਹਿੰਦੀ, ਅਤੇ ਜਦੋਂ ਕਦੇ ਇਹ ਜੋੜੀ ਕਲਾ ਪ੍ਰਸਤੁਤੀ ਲਈ ਬਿਰਾਜਮਾਨ ਹੁੰਦੀ ਤਾਂ ਇਸ ਮਹਿਫਿਲ ਦਾ ਰੰਗ ਵਿਸਮਾਦੀ ਹੋ ਨਿਬੜਦਾ। ਉਸਤਾਦ ਬਹਾਦਰ ਸਿੰਘ ਨੇ ਪੰਡਿਤ ਓਂਕਾਰ ਨਾਥ ਠਾਕੁਰ, ਪੰਡਿਤ ਦਲੀਪ ਚੰਦਰ ਵੇਦੀ ਅਤੇ ਪੰਡਿਤ ਰਵੀ ਸ਼ੰਕਰ ਵਰਗੇ ਉੱਚ ਕੋਟੀ ਦੇ ਉਸਤਾਦ ਕਲਾਕਾਰਾਂ ਨਾਲ ਅਨੇਕ ਵਾਰ ਸੰਗਤ ਕੀਤੀ। ਉਸਤਾਦ ਬਹਾਦਰ ਸਿੰਘ ਨਿਮਰ, ਗੰਭੀਰ ਅਤੇ ਧੀਮੇ ਸੁਭਾਅ ਦੇ ਮਾਲਕ ਸਨ। ਆਪ ਬਹੁਤ ਹੀ ਧੀਮੇ ਸੁਰ ਅਤੇ ਸੰਖੇਪ ਵਿੱਚ ਗੱਲ ਕਰਿਆ ਕਰਦੇ ਸਨ। ਹਰ ਵਕਤ ਤਾਲ ਨਾਦ ਆਪ ਦੀ ਸਿਮਰਤੀ ਵਿੱਚ ਗੂੰਜਦਾ ਰਹਿੰਦਾ। ਦੁਨਿਆਵੀ ਕਾਰ ਵਿਹਾਰ ਕਰਦਿਆਂ ਵੀ ਆਪ ਕਿਸੇ ਤਾਲ ਸੰਸਾਰ ਵਿੱਚ ਵਿਚਰ ਰਹੇ ਹੁੰਦੇ। ਇਹੀ ਕਾਰਨ ਹੈ ਕਿ ਇਹਨਾਂ ਦੁਆਰਾ ਕੀਤੀਆਂ ਗਈਆਂ ਵਿਵਿਧ ਰਚਨਾਵਾਂ ਲਾਸਾਨੀ ਹਨ। ਉਸਤਾਦ ਸਾਹਿਬ ਕਿਹਾ ਕਰਦੇ ਸਨ ਕਿ ਤਬਲਾ ਵਜਾਉਣਾ ਕੇਵਲ ਕਿਸੇ ਤਾਲ ਦੇ ਬੋਲਾਂ ਨੂੰ ਤਬਲੇ ਉੱਤੇ ਕੱਢਣਾ ਹੀ ਨਹੀਂ, ਸਗੋਂ ਉਸ ਦੁਆਰਾ ਰਸ ਦੀ ਉਤਪਤੀ ਵੀ ਕਰਨੀ ਹੈ। ਤਬਲਾ ਇਸ ਤਰ੍ਹਾਂ ਰੂਹ ਨਾਲ ਵਜਾਇਆ ਜਾਵੇ ਕਿ ਸਾਧਾਰਣ ਸਰੋਤਾ ਵੀ ਉਸ ਦੇ ਤਾਲ ਨਾਲ ਝੂਮ ਉੱਠੇ। ਵਾਦਨ ਸੰਬੰਧੀ ਆਪ ਦੇ ਵਿਚਾਰ ਸਨ ਕਿ ਤਾਲ ਨੂੰ ਉਸ ਦੇ ਬਾਹਰ ਦੇ ਸਰੂਪ ਅਨੁਸਾਰ ਹੀ ਵਜਾਉਣਾ ਚਾਹੀਦਾ ਹੈ। ਇਹ ਨਹੀਂ ਕਿ ਬਰਾਬਰ ਮਾਤਰਾਵਾਂ ਦਾ ਕੋਈ ਹੋਰ ਸਬਕ ਵਜਾ ਦਿੱਤਾ ਜਾਵੇ। ਆਪ ਨੇ ਕਾਇਦੇ ਦੀ ਬੜ੍ਹਤ ਦਾ ਨਵੇਕਲਾ ਅਤੇ ਦਿਲਕਸ਼ ਅੰਦਾਜ਼ ਪੇਸ਼ ਕੀਤਾ। ਇੱਕ ਕਾਇਦੇ ਦੇ ਭਿੰਨ ਭਿੰਨ ਰੂਪਾਂ ਨੂੰ ਘੰਟਿਆਂ ਬੱਧੀ ਵਜਾਉਣ ਦੀ ਸਮਰੱਥਾ ਆਪ ਕੋਲ ਮੌਜੂਦ ਸੀ। ਵਾਦਨ ਕੇਵਲ ਵਾਦਨ ਲਈ ਹੀ ਨਹੀਂ, ਸਗੋਂ ਇਹਨਾਂ ਕਾਇਦਿਆਂ ਵਿੱਚ ਸਮ, ਖਾਲੀ, ਮਾਤਰਾ, ਤਾਲ ਅਤੇ ਲੈਅ ਆਪੋ ਆਪਣੇ ਖੂਬਸੂਰਤ ਅੰਦਾਜ਼ ਵਿੱਚ ਰਸ ਵਿੱਚ ਰੰਗੇ ਹੋਏ ਕਣ ਗੋਚਰ ਹੁੰਦੇ ਸਨ। ਉਸਤਾਦ ਜੀ ਦਾ ਤਬਲਾ ਸੁਰ ਕਰਨ ਦਾ ਢੰਗ ਬਹੁਤ ਹੀ ਲਾਜਵਾਬ ਸੀ। ਤਬਲਾ ਨਿੱਕੀ ਆਵਾਜ਼ 'ਚ ਸੁਰ ਕਰਦੇ ਕਿ ਨਜ਼ਦੀਕ ਬੈਠੇ ਵਿਅਕਤੀ ਨੂੰ ਵੀ ਪਤਾ ਨਹੀਂ ਸੀ ਲੱਗਦਾ, ਪਰੰਤੂ ਜਦੋਂ ਸੁਰ ਕਰਨ ਉਪਰੰਤ ਖੁੱਲ੍ਹਾ ਹੱਥ ਮਾਰਦੇ ਤਾਂ ਸੁਰ ਦੇ ਸਾਖਸ਼ਾਤ ਦਰਸ਼ਨ ਕਰਵਾ ਦਿੰਦੇ। ਕੁਝ ਅਜਿਹਾ ਹੀ ਪੰਨਾ ਲਾਲ ਘੋਸ਼ ਦੀ ਇੱਕ ਮਹਿਫਿਲ ਵਿੱਚ ਹੋਇਆ ਸੀ, ਜਿਸ ਵਿੱਚ ਪੰਨਾ ਲਾਲ ਘੋਸ਼ ਨੇ ਉਸਤਾਦ ਜੀ ਨੂੰ ਮੁਖਾਤਿਬ ਕਰਦੇ ਕਿਹਾ ਸੀ ਕਿ ਮੈਂ ਅਜਿਹਾ ਤਬਲਾ ਸੁਰ ਆਪਣੇ ਜੀਵਨ 'ਚ ਪਹਿਲੀ ਵਾਰ ਸੁਣ ਰਿਹਾ। ਤਾਲ ਤੇ ਲੈਅ ਦੇ ਧਨੀ ਉਸਤਾਦ ਬਹਾਦਰ ਸਿੰਘ ਸਮੁੱਚੇ ਜੀਵਨ ਵਿੱਚ ਸਮੇਂ ਦੇ ਬਹੁਤ ਪਾਬੰਦ ਰਹੇ।
ਉਹਨਾਂ ਦਾ ਹਰ ਨਿੱਕੇ ਤੋਂ ਨਿੱਕਾ ਕਾਰਜ ਕਾਲਬੱਧ ਸੀ। ਉਹਨਾਂ ਆਪਣੇ ਸ਼ਾਗਿਰਦ ਨੂੰ ਬੜੇ ਪਿਆਰ ਨਾਲ ਸਿਖਾਇਆ। ਆਪ ਦੇ ਕੋਈ ਔਲਾਦ ਨਹੀਂ ਸੀ ਅਤੇ ਆਪ ਆਪਣੇ ਸਿੱਸ਼ਿਆਂ ਨੂੰ ਆਪਣੇ ਬੱਚੇ ਹੀ ਸਮਝਦੇ ਸਨ, ਜਿਨ੍ਹਾਂ 'ਚੋਂ ਸਰਦਾਰ ਦਲੀਪ ਸਿੰਘ, ਸਰਦਾਰ ਕਿਰਪਾਲ ਸਿੰਘ ਸਵਰਗੀ, ਸਰਦਾਰ ਰਣਜੀਤ ਸਿੰਘ, ਸਰਦਾਰ ਰਣਜੋਤ ਸਿੰਘ, ਸ਼੍ਰੀ ਰਮਾਕਾਂਤ ਅਤੇ ਸਰਦਾਰ ਤਰਲੋਚਨ ਸਿੰਘ ਪੰਜਾਬ ਦੇ ਮੰਨੇ ਪ੍ਰਮੰਨੇ ਤਬਲਾ ਵਾਦਕ ਹਨ, ਜਿਹੜੇ ਉਸਤਾਦ ਬਹਾਦਰ ਸਿੰਘ ਦੀ ਪਰੰਪਰਾ ਨੂੰ ਜੀਵਤ ਰੱਖ ਰਹੇ ਹਨ। 65 ਵਰ੍ਹਿਆਂ ਦੀ ਉਮਰ ਵਿੱਚ 7 ਫਰਵਰੀ 1967 ਨੂੰ ਉਸਤਾਦ ਬਹਾਦਰ ਸਿੰਘ ਜੀ ਦਾ ਦੇਹਾਂਤ ਹੋ ਗਿਆ। ਇਹਨਾਂ ਦੇ ਜੀਵਨ ਦਾ ਕੋਈ ਪਲ ਵੀ ਸੰਗੀਤ ਤੋਂ ਸਖਣਾ ਨਹੀਂ ਸੀ। ਧੰਨਵਾਦ।